ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਵੋਟਰ ਨੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ 17 ਫਰਵਰੀ ਨੂੰ ਇਹਨਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤੇ ਜਿਹੜੇ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਖੜੇ ਨੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੀ ਕਿਸਮਤ ਆ ਜਿਹੜੀ ਉਹ ਤੈਅ 17 ਫਰਵਰੀ ਨੂੰ ਹੋਣੀ ਆ। ਤੇ ਉੱਥੇ ਹੀ ਦੇਖ ਸਕਦੇ ਹੋ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹੰਦ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਵੱਖ-ਵੱਖ ਵੋਟਰ ਆਪਣੀਆਂ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ, ਆਪਣੇ ਉਮੀਦਵਾਰ ਚੁਣਨ ਦੇ ਲਈ ਪਹੁੰਚ ਰਹੇ ਨੇ ਤੇ तमाम ਮੁੱਦਿਆਂ ਨੂੰ ਲੈ ਕੇ ਇਹ ਵੋਟਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ, ਜਿਸ ਨੂੰ ਲੈ ਕੇ ਕਿ ਵੋਟਰਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵਾਰ ਦੀ ਤਰ੍ਹਾਂ ਪਹਿਲਾਂ ਵਾਰ ਨਾਲੋਂ ਜ਼ਿਆਦਾ ਜਿਹੜੀ ਉਤਸ਼ਾਹ ਹੈ ਵੋਟਰਾਂ ਦੇ ਵਿੱਚ ਉਹ ਹੋ ਰਿਹਾ ਤੇ ਇਸ ਦੀ ਜਿਹੜੀ ਕਿੰਨੇ ਵੋਟਰ ਨੇ ਜਿਹੜੇ ਉਹ ਵੋਟਾਂ ਦੇ ਵਿੱਚ ਭੁਗਤਣਗੇ, ਵੋਟਾਂ ਪਾਉਣਗੇ, ਉਹ ਵੀ ਦੇਖਣ ਵਾਲੀ ਗੱਲ ਹੋਏਗੀ। ਤੇ ਉੱਥੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੋਟਰ ਨੇ ਜਿਹੜੇ ਉਹ ਵੋਟਾਂ ਪਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਸੋ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਆਪ ਆਗੂ ਢਿੱਲੋਂ ਸਾਹਿਬ ਪਹੁੰਚ ਚੁੱਕੇ ਨੇ। ਢਿੱਲੋਂ ਸਾਹਿਬ, ਇਸ ਵਾਰ ਵੋਟਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ? ਚੱਟਾ ਸਾਹਿਬ, ਵੋਟਰਾਂ ਦੇ ਵਿੱਚ ਉਤਸ਼ਾਹ ਜਿਹੜਾ ਉਹ ਸਰਕਾਰ ਦੇ ਖਿਲਾਫ ਹੈ, ਪਰ ਸਰਕਾਰ ਧੱਕਾ ਕਰ ਰਹੀ ਹੈ। ਪੂਰਾ ਜਿੰਨਾ ਜੰਮ ਕੇ ਕਰ ਸਕਦੀ ਹੈ ਉਹਨਾਂ ਧੱਕਾ ਕਰ ਰਹੀ ਹੈ ਸਰਕਾਰ। ਇਸ ਤਰ੍ਹਾਂ ਦਾ ਧੱਕਾ ਸਵੇਰੇ ਸਾਡਾ ਦੇਖੋ ਬੂਥ ਨਹੀਂ ਲੱਗਣ ਦਿੱਤਾ, ਹੁਣ ਇਹ ਰੂਲਿੰਗ ਪਾਰਟੀ ਦਾ ਬੂਥ ਗੇਟ ਦੇ ਬਿਲਕੁਲ ਸਾਹਮਣੇ ਲੱਗਿਆ ਤੇ ਸਾਡਾ ਸਾਈਡ ਤੇ ਸੀਗਾ, ਐਸਡੀਐਮ ਨੇ ਆ ਕੇ ਲੁਹਾ ਕੇ ਪਾਸੇ ਕਰਾਤਾ। ਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਜਿਹੜਾ ਰੂਲਿੰਗ ਪਾਰਟੀ ਵਾਲਿਆਂ ਦਾ ਉਹ ਕਹਿੰਦੇ ਜੀ ਬੂਥ ਠੀਕ ਹੈ, ਤੇ ਦੂਜਾ ਜਿਹੜਾ ਸਾਡੇ ਵਾਲਾ ਉਹ ਨੇੜੇ ਹੋ ਗਿਆ ਜੀ, ਹਾਲਾਂਕਿ ਸਾਡੇ ਵਾਲਾ ਦੂਰ ਸੀਗਾ। ਉਹਨਾਂ ਨੂੰ ਡਰ ਕਿਸ ਚੀਜ਼ ਦਾ? ਆਮ ਆਦਮੀ ਪਾਰਟੀ ਉਹ ਡਰ ਤਾਂ ਫਿਰ ਹੁਣ ਤੁਹਾਨੂੰ ਪਤਾ, ਆਮ ਆਦਮੀ ਪਾਰਟੀ ਤੋਂ ਡਰ ਤਾਂ ਹਰੇਕ ਨੂੰ ਹੈ, ਜਿੰਨੀਆਂ ਰਵਾਇਤੀ ਪਾਰਟੀਆਂ ਸਾਰੀਆਂ ਨੂੰ ਡਰ ਹੈ, ਕਿਉਂਕਿ ਆਮ ਆਦਮੀ ਹੁਣ ਆਮ ਹੀ ਹੋ ਗਈ ਨਾ, ਇਸ ਕਰਕੇ ਉਹਨਾਂ ਨੂੰ ਫਿਰ ਡਰ ਲੱਗਦਾ। ਇਹ ਤਾਂ ਨਗਰ ਨਿਗਮ ਚੋਣਾਂ ਨੇ, ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵੀ ਆਉਣੀਆਂ ਨੇ, ਕਰੀਬ ਸਾਲ ਰਹਿ ਗਿਆ। ਪੂਰੀ ਤਿਆਰੀ ਹੈ ਜੀ ਵਿਧਾਨ ਸਭਾ ਚੋਣਾਂ ਦੇ ਵਿੱਚ। ਜਿਵੇਂ ਕਹਿੰਦੇ ਸੂਪੜਾ ਸਾਫ਼ ਕਰ ਦਿਆਂਗੇ ਜਿੰਨੀਆਂ ਰਵਾਇਤੀ ਪਾਰਟੀਆਂ ਨੇ ਪੁਰਾਣੀਆਂ, ਇਹਨਾਂ ਨੂੰ ਕਿਸੇ ਨੂੰ ਪੰਜਾਬ ਦੇ ਵਿੱਚ ਫਟਕਣ ਨਹੀਂ ਦਿਆਂਗੇ ਜੀ। ਹਾਂ, ਇਹ ਸਨ ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਬੁਲਾਰੇ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਉਹਨਾਂ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਹੋ ਰਹੀ ਹੈ, ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਨੇ। ਪਰ ਫਿਲਹਾਲ ਨੇ ਜਿਹੜੇ ਵੋਟਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਨਜ਼ਰ ਆ ਰਹੇ ਨੇ। तमाम ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਉੱਥੇ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਵੋਟਰ ਨੇ ਜਿਹੜੇ ਆਪਣੀ ਉਮੀਦਵਾਰਾਂ ਦੀ ਕਿਸਮਤ ਤੈਅ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ। ਤੇ ਉੱਥੇ ਹੀ ਅਸੀਂ ਇੱਕ ਵਾਰ ਫਿਰ ਦੁਬਾਰਾ ਗੱਲਬਾਤ ਕਰਨੀ ਚਾਹਾਂਗੇ। ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ ਸਾਹਿਬ ਮੌਜੂਦ ਨੇ, ਇਹਨਾਂ ਨਾਲ ਜਾਣਨਾਗੇ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਚੋਣਾਂ ਲੜ ਰਹੀ ਹੈ। ਜਿਹੜੇ ਉਮੀਦਵਾਰ ਨੇ ਨਗਰ ਨਿਗਮ ਚੋਣਾਂ ਨੂੰ, ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕਿਹੜੇ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਅਹਿਮ ਨੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਇਹ ਕੰਮ ਹੋਇਆ ਨਹੀਂ, ਪਹਿਲਾਂ ਇਹ ਹੋਣਾ ਚਾਹੀਦਾ ਹੈ, ਇਸ ਲਈ ਤੁਸੀਂ ਉਮੀਦਵਾਰ ਆਪਣੇ ਚੋਣ ਮੈਦਾਨ 'ਚ ਉਤਾਰੇ ਨੇ? ANB ਚੈਨਲ ਨੇ ਜਿਹੜਾ ਤੁਸੀਂ ਅੱਜ ਲੈ ਰਹੇ ਹੋ, ਸਾਡੇ ਵਿਚਾਰ ਜਾਣਦੇ ਹੋ, ਬੜੀ ਅੱਛੀ ਗੱਲ ਹੈ। ਅਸਲ ਦੇ ਵਿੱਚ ਇਹ ਹੈ ਜੀ, ਸਾਡਾ ਜਿਹੜਾ ਮੁੱਦਾ ਉਹ ਲੋਕਾਂ ਦਾ ਵਿਕਾਸ ਹੈ। ਅਸੀਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲੋਕਾਂ ਦਾ ਵਿਕਾਸ ਕੀਤਾ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਆਵੇ ਤੇ ਲੋਕਾਂ ਦਾ ਵਿਕਾਸ ਕੰਮਕਾਰ ਜਿਹੜੇ ਨੇ ਬਿਨਾਂ ਕਿਸੇ ਪਾਰਸ਼ੈਲਿਟੀ ਤੋਂ ਹੋਣ। ਲੇਕਿਨ ਇਸ ਗੱਲ ਦਾ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਹਰ ਤਰ੍ਹਾਂ ਦੇ ਹੀਲੇ ਵਰਤ ਕੇ ਗਲਤ ਤਰੀਕਿਆਂ ਨਾਲ, ਹੁਣ ਕੱਲ ਸ਼ਾਮ ਨੂੰ 5:30 ਵਜੇ ਐਸਡੀਐਮ ਜਿਹੜਾ ਆਰਓ ਨੇ, ਰਿਟਰਨਿੰਗ ਅਫਸਰ ਨੇ, ਉਹਨਾਂ ਵੱਲੋਂ ਇੱਕ ਵੋਟਿੰਗ ਲਿਸਟ ਨਵੀਆਂ ਵੋਟਾਂ ਬਣਾ ਕੇ ਜਾਰੀ ਕੀਤੀ ਗਈ ਹੈ। ਹਾਲਾਂਕਿ ਕੱਲ ਸਵੇਰੇ ਮੇਰੀ ਗੱਲ ਹੋਈ ਸੀ ਐਸਡੀਐਮ ਨਾਲ, ਕਹਿੰਦੇ ਸੀ ਕੋਈ ਵੋਟ ਨਹੀਂ, ਤੇ ਕੱਲ ਸ਼ਾਮ ਨੂੰ 5:30 ਵਜੇ ਇੱਕ ਵੋਟਾਂ ਦੀ ਲਿਸਟ ਜਾਰੀ ਕਰ ਦਿੱਤੀ। ਉਹ ਸਾਰੇ ਵਾਰਡਾਂ ਦੀਆਂ ਜਿਹੜੀਆਂ ਜਾਲੀ ਵੋਟਾਂ ਬਣਾਈਆਂ ਨੇ ਰੂਲਿੰਗ ਵਾਲਿਆਂ ਨੇ, ਉਹ ਸਾਰੀ ਲਿਸਟਾਂ 5:30 ਵਜੇ ਦਿੱਤੀਆਂ। ਉਦੋਂ ਛੁੱਟੀ ਦਾ ਦਿਨ ਸੀ, ਕਿਤੇ ਵੀ ਜਾਣ ਜੋਗੇ ਨਹੀਂ, ਕਿਤੇ ਚੈਲੰਜ ਕਰਨ ਜੋਗੇ ਨਹੀਂ। ਅੱਜ 15 ਘੰਟੇ ਪਹਿਲਾਂ ਲਿਸਟਾਂ ਦਿੱਤੀਆਂ ਤੇ ਅੱਜ ਪੋਲਿੰਗ ਸ਼ੁਰੂ ਹੋਈ ਹੈ ਉੱਥੇ। ਜੇਕਰ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਸੀਵਰੇਜ ਦੀ ਗੱਲ ਕੀਤੀ ਜਾਵੇ, ਵੱਖ-ਵੱਖ ਪਾਰਟੀਆਂ ਦਾਅਵੇ ਕਰਦੇ ਨੇ ਸੀਵਰੇਜ ਜਾਂ ਗਲੀਆਂ ਨਾਲੀਆਂ, ਇੱਥੇ ਤੱਕ ਮੁੱਦੇ ਸਿਮਟ ਕੇ ਰਹਿ ਜਾਂਦੇ ਨੇ। ਜੇ ਸਿੱਖਿਆ ਦੀ ਗੱਲ ਕੀਤੀ ਜਾਵੇ, ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ, ਉਹ ਕਿਤੇ ਨਾ ਕਿਤੇ ਮੁੱਦੇ ਨੇ ਜਿਹੜੇ ਇਗਨੋਰ ਹੋ ਜਾਂਦੇ ਨੇ। ਸੀਵਰੇਜ ਦਾ ਕੰਮ ਹੈ ਜਿਹੜਾ ਜੀ, ਇੱਥੇ ਚੱਲਦਿਆਂ ਨੂੰ ਲਗਭਗ 2 ਸਾਲ ਹੋ ਗਏ ਤੇ ਉਹ ਸਾਰਾ ਅਜੇ ਲਟਕਿਆ ਹੋਇਆ ਹੈ। 2022 ਦੀਆਂ ਇਲੈਕਸ਼ਨਾਂ ਤੱਕ ਉਹ ਚੱਲਦੇ ਹੀ ਲਟਕਿਆ ਹੀ ਰਹਿਣਾ, ਅਜੇ ਚਲਾਉਣਾ ਨਹੀਂ ਇਹਨਾਂ ਨੇ। ਸੀਵਰੇਜ ਪਾਇਆ ਹੋਇਆ ਮਹੱਲਿਆਂ 'ਚ, ਸਭ ਕੁਝ ਹੈ, ਲੇਕਿਨ ਡਰਾਮੇਬਾਜ਼ੀ ਇਹਨਾਂ ਨੇ 2022 ਦੇ ਵਿੱਚ ਦਿਖਾਉਣੀ ਹੈ, ਇਸ ਕਰਕੇ ਉਹਨੂੰ ਉਹ ਚਾਲੂ ਨਹੀਂ ਕਰ ਰਹੇ। ਤੇ ਜਿਹੜਾ ਸਿੱਖਿਆ ਦਾ ਮੁੱਦਾ, ਸਿੱਖਿਆ ਦਾ ਮਿਆਰ ਤਾਂ ਦਿੱਲੀ ਦਾ ਤੇ ਪੰਜਾਬ ਦਾ ਹੈ ਹੀ ਕਿਸੇ ਪੱਧਰ ਤੇ ਮੁਕਾਬਲਾ ਹੀ ਨਹੀਂ। ਦਿੱਲੀ ਦੇ ਵਿੱਚ ਜਿਹੜੇ ਸਕੂਲ ਨੇ ਬੜੇ ਵਧੀਆ ਨੇ, ਬਹੁਤ ਅੱਛੇ ਨੇ, ਤੇ ਉੱਥੇ ਫ੍ਰੀ ਆਫ ਕਾਸਟ, ਕੋਈ ਕਿਸੇ ਤਰ੍ਹਾਂ ਦੀ ਫੀਸ ਨਹੀਂ ਹੈ। ਤੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਲੁੱਟ ਹੈ, ਸਰਕਾਰੀ ਸਕੂਲਾਂ ਦੇ ਵਿੱਚ ਲੁੱਟ ਹੋ ਰਹੀ ਹੈ।
ਉਹ ਸਾਰਾ ਹੁਣ ਤੁਸੀਂ ਦੇਖਦੇ ਹੋ ਸਰਕਾਰੀ ਸਕੂਲਾਂ ਦਾ ਕੋਈ ਪੱਧਰ ਹੀ ਨਹੀਂ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਰਾਹੀਂ ਸਰਕਾਰ ਜਿਹੜੀ ਹੈ ਉਹ ਸ਼ੋਸ਼ਣ ਕਰਵਾ ਰਹੀ ਹੈ ਬੱਚਿਆਂ ਦਾ ਵੀ, ਮਾਪਿਆਂ ਦਾ ਵੀ ਤੇ ਹਰ ਤਰ੍ਹਾਂ ਦੇ ਲੋਕਾਂ ਦਾ। ਹਾਲਾਂਕਿ ਜਿਹੜੇ ਜ਼ਿਆਦਾਤਰ ਕਿਸਾਨ ਨੇ ਜਾਂ ਕਿਸਾਨੀ ਕੰਮ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਇਹ ਸ਼ਹਿਰ ਲੈਵਲ ਦੀਆਂ ਵੋਟਾਂ ਨੇ, ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਸ ਦਾ ਪ੍ਰਭਾਵ ਇਹਨਾਂ ਵੋਟਾਂ ਦੇ ਉੱਤੇ ਕਿਤੇ ਨਾ ਕਿਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ? ਚੱਠਾ ਜੀ, ਇਹ ਅੰਦੋਲਨ ਜਿਹੜਾ ਉਹ ਕਿਸਾਨੀ ਅੰਦੋਲਨ ਨਹੀਂ ਹੈ, ਉਹ ਜਨ ਅੰਦੋਲਨ ਹੈ। ਉਹਦੇ ਵਿੱਚ ਸ਼ਹਿਰੀ ਵੀ ਨੇ, ਉਹਦੇ ਵਿੱਚ ਪੇਂਡੂ ਵੀ ਨੇ, ਉਹਦੇ ਵਿੱਚ ਮਜ਼ਦੂਰ ਵੀ ਹੈ, ਉਹਦੇ ਵਿੱਚ ਗਰੀਬ ਵੀ ਹੈ, ਉਹਦੇ ਵਿੱਚ ਅਮੀਰ ਵੀ ਹੈ। ਜਿਹੜਾ ਕਿਸਾਨ ਅੰਦੋਲਨ ਹੈ ਉਹ ਪੂਰੇ ਜਨ ਦਾ ਜਨ ਅੰਦੋਲਨ ਹੈ, ਜਿਹਦੇ ਵਿੱਚ ਸ਼ਹਿਰਾਂ ਦੇ ਉੱਤੇ ਪੂਰਾ ਅਸਰ ਹੈ, ਹਰ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ। ਸ਼ਹਿਰੀ ਲੋਕ ਵੀ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਨਾਲ ਨਾਰਾਜ਼ ਨੇ, ਕੇਂਦਰ ਸਰਕਾਰ ਦੇ ਖਿਲਾਫ ਨੇ, ਕਿਉਂਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਇਹਨਾਂ ਮੁੱਦਿਆਂ ਨੂੰ ਲਟਕਾ ਕੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ, ਹਰ ਵਰਗ ਦੇ ਲੋਕਾਂ ਨੂੰ ਵਿਪਤਾ ਦੇ ਵਿੱਚ ਪਾਈ ਬੈਠੀ ਹੈ। ਜਦੋਂ ਕਿ ਇਸ ਤਰ੍ਹਾਂ ਦਾ ਕੰਮ ਵਿਹਾਰ ਨਹੀਂ ਹੋਣਾ ਚਾਹੀਦਾ। ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਨਾ ਕਿ ਉਹ ਇਕੱਲੇ ਬੀਜੇਪੀ ਦੇ, ਲੇਕਿਨ ਉਹ ਓਨਲੀ ਬੀਜੇਪੀ ਦੇ ਨੇਤਾ ਹੋਣ ਦੇ ਨਾਤੇ ਕੰਮ ਕਰ ਰਹੇ ਨੇ। ਹੁਣ 17 ਤਰੀਕ ਨੂੰ ਇਹਨਾਂ ਵੋਟਾਂ ਦੇ ਰਿਜ਼ਲਟ ਘੋਸ਼ਿਤ ਹੋਣਗੇ ਤੇ ਆਮ ਆਦਮੀ ਪਾਰਟੀ ਕਿੱਥੇ ਲੀਡ ਕਰੇਗੀ? 17 ਤਰੀਕ ਨੂੰ ਜਿਹੜੇ ਰਿਜ਼ਲਟ ਆਉਣਗੇ ਜੀ, ਸਾਨੂੰ ਆਸ ਹੈ ਵੀ ਬਹੁਤ ਵੱਡੀ ਪੱਧਰ ਤੇ ਅਸੀਂ ਸੀਟਾਂ ਲੈ ਕੇ ਜਾਵਾਂਗੇ। ਚੰਗੀ ਸਾਨੂੰ ਵੋਟ ਪੋਲ ਹੋ ਰਹੀ ਹੈ। ਬਸ ਇਹੀ ਹੈ ਵੀ ਇਹ 2-3 ਦਿਨਾਂ ਦੇ ਵਿੱਚ ਸਰਕਾਰ ਜਿਸ ਤਰ੍ਹਾਂ ਪਿੱਛੇ ਗੜਬੜ ਕਰ ਰਹੀ ਹੈ, ਕਾਗਜ਼ ਰੱਦ ਕੀਤੇ, ਲੋਕਾਂ ਦੇ ਫਾਲਤੂ ਵੋਟਾਂ ਬਣਾਈਆਂ, ਸਪੇਅਰ ਵੋਟਾਂ ਬਣਾਈਆਂ, ਇਹਨਾਂ ਸਾਰੀਆਂ ਗੱਲਾਂ ਤੋਂ ਕੁਝ ਲੱਗਦੀ ਹੈ ਵੀ ਸ਼ਾਇਦ ਸਰਕਾਰ ਕੋ ਹੇਰਾਫੇਰੀ ਕਰੇ। ਲੇਕਿਨ ਜਿੱਥੋਂ ਤੱਕ ਲੱਗਦਾ ਵੋਟ ਹੈ, ਵੋਟ ਪੋਲ ਸਾਡੇ ਹੱਕ 'ਚ ਬਹੁਤ ਜ਼ੋਰ ਨਾਲ ਹੋ ਰਿਹਾ ਜੀ। ਇਹ ਸਨ ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਬੁਲਾਰੇ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਪ੍ਰਸ਼ਾਸਨ ਤੇ ਇਸ ਤੋਂ ਇਲਾਵਾ ਕਾਂਗਰਸ ਸਰਕਾਰ ਦੇ ਉੱਤੇ ਖੜੇ ਕੀਤੇ ਨੇ। ਪਰ ਉੱਥੇ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਵੋਟਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ। ਉੱਧਰ ਵੀ ਲਾਈਨਾਂ ਲੱਗੀਆਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਤਰ੍ਹਾਂ ਤੁਸੀਂ ਗੇਟ ਦੀ ਤਰਫ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਵੋਟਰ ਨੇ ਜਿਹੜੇ ਉਹ ਪੂਰੇ ਉਤਸ਼ਾਹ ਦੇ ਨਾਲ ਵੋਟਾਂ ਪਾਉਣ ਦੇ ਲਈ ਇੱਥੇ ਆ ਰਹੇ ਨੇ। ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਤੁਹਾਨੂੰ ਫਿਲਹਾਲ ਦੱਸ ਦਈਏ ਕਿ 8 ਨਗਰ ਨਿਗਮ ਤੇ 109 ਨਗਰ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਪੂਰੇ ਪੰਜਾਬ ਦੇ ਭਰ ਦੇ ਵਿੱਚ ਹੋ ਰਹੀਆਂ ਨੇ, ਉਸ ਨੂੰ ਲੈ ਕੇ ਜਿਹੜੇ ਵੋਟਰ ਨੇ ਉਹ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ। ਸੋ 4 ਵਜੇ ਤੱਕ ਦਾ ਜਿਹੜਾ ਸਮਾਂ ਉਹ ਤੈਅ ਕੀਤਾ ਗਿਆ ਤੇ ਉਸ ਤੋਂ ਬਾਅਦ 17 ਤਰੀਕ ਨੂੰ ਇਹਨਾਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ। ਉੱਥੇ ਹੀ ਅਸੀਂ ਵੋਟਰਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਪਰ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ। ਕੀ ਨਾਮ ਹੈ ਜੀ? ਰਾਜੇਸ਼ ਕੁਮਾਰ ਜੀ। ਇਸ ਵਾਰ ਜਿਹੜੀ ਤੁਸੀਂ ਵੋਟਾਂ ਪਾਉਣ ਦੇ ਲਈ ਆਏ ਹੋ, ਕਿਹੜੇ ਕਿਹੜੇ ਮੁੱਦੇ ਅਹਿਮ ਨੇ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ ਤਾਂ ਮੁੱਦੇ ਤਾਂ ਆਪਣੇ ਸਫਾਈ ਦੇ, ਪਾਣੀ ਦੇ, ਜੋ ਵੀ ਹੈ ਡਿਵੈਲਪਮੈਂਟ ਦੇ, ਇਹ ਮੁੱਦੇ ਦੇ ਆਧਾਰ ਤੇ ਵੋਟ ਪਾਉਣਾ ਹੈ। ਕਿਹੜੀਆਂ ਕਿਹੜੀਆਂ ਕਮੀਆਂ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਆਹ ਕੰਮ ਹੋਏ ਨਹੀਂਗੇ ਤੇ ਹੁਣ ਅੱਗੇ ਤੋਂ ਹੋਣੇ ਚਾਹੀਦੇ ਨੇ? ਸਾਰਾ ਕੁਝ ਠੀਕ ਹੀ ਹੋ ਰਿਹਾ ਜੀ, ਡਿਵੈਲਪਮੈਂਟ ਸਾਰੀ ਹੋ ਰਹੀ ਹੈ, ਠੀਕ ਹੈ, ਸੀਵਰੇਜ ਦਾ ਹੋ ਰਿਹਾ, ਡਿਵੈਲਪਮੈਂਟ ਹੋ ਰਹੀ ਹੈ, ਸੜਕਾਂ ਬਣ ਰਹੀਆਂ, ਸਭ ਕੁਝ ਠੀਕ ਹੈ ਚੱਲ ਰਿਹਾ। ਤੁਹਾਡਾ ਕੀ ਨਾਮ ਹੈ ਜੀ? ਸੰਜੀਵ ਕੁਮਾਰ ਜੀ। ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਇੱਥੇ ਵੋਟਾਂ ਪਾਉਣ ਲਈ ਆਏ ਹੋ? ਤੁਹਾਨੂੰ ਲੱਗਦਾ ਕਿ ਆਹ ਕੰਮ ਪਹਿਲਾਂ ਹੋਏ ਨਹੀਂ, ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਅਸੀਂ ਜੇ ਇਸ ਲੀਡਰ ਨੂੰ ਚੁਣਾਂਗੇ ਤੇ ਇਹ ਕਿਤੇ ਨਾ ਕਿਤੇ ਕੰਮ ਹੋਣਗੇ? ਕੋਈ ਨਾ ਕੋਈ ਉਮੀਦ ਜੁੜੀ ਹੁੰਦੀ ਹੈ ਹਰ ਉਮੀਦਵਾਰ ਦੇ ਨਾਲ, ਹਰ ਵੋਟਰ ਦੀ। ਦੇਖੋ ਜੀ, ਮੇਨ ਸਾਡੇ ਵਾਟਰ ਸਪਲਾਈ ਦੇ, ਸੀਵਰੇਜ ਦੇ ਮੁੱਦੇ ਸੀ ਜੋ ਕਿ ਖਤਮ ਹੋ ਚੁੱਕੇ ਨੇ। ਕੰਮ ਚੱਲ ਰਿਹਾ ਵਿਕਾਸ ਦਾ, ਸਰਕਾਰ ਬਹੁਤ ਵਧੀਆ ਕੰਮ ਕਰਵਾ ਰਹੀ ਹੈ ਤੇ ਅਸੀਂ ਸਰਕਾਰ ਤੋਂ ਖੁਸ਼ ਹਾਂ। ਇੱਕ ਪਾਸੇ ਵੋਟਾਂ ਹੋ ਰਹੀਆਂ, ਦੂਜੇ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ, ਉਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਉਹਦੇ ਵਾਸਤੇ ਵੀ ਹੈ ਕਿ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਬਹੁਤ ਛੇਤੀ ਮੰਨ ਲੈਣ ਤਾਂ ਕਿ ਉਹ ਵੀ ਆਪਣੇ ਘਰਾਂ ਨੂੰ ਆ ਕੇ ਖੁਸ਼ੀ ਸਾਰਾ ਕੁਝ ਚੱਲਦਾ ਰਹੇ। ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜਾ ਇਹ ਕਿਸਾਨ ਹੈ ਉਹਦੇ ਨਾਲ ਹੋਰ ਧੰਦੇ ਵੀ ਜੁੜੇ ਹੋਏ ਨੇ, ਜਿਹੜੇ ਸ਼ਹਿਰੀ ਲੋਕ ਨੇ, ਦੁਕਾਨਦਾਰ ਨੇ, ਉਹ ਸਾਰੇ ਨਿਰਭਰ ਕਰਦੇ ਨੇ ਕਿ ਇੱਕ ਦੂਜੇ ਦੇ ਉੱਤੇ ਕਿਤੇ ਨਾ ਕਿਤੇ, ਤੇ ਇਹ ਅਸਰ ਹੈ ਜਿਹੜਾ ਖੇਤੀ ਕਾਨੂੰਨ ਲਾਗੂ ਹੋਣ ਨਾਲ ਉਹ ਸਭ ਤੇ ਪੈਂਦਾ ਹੋਇਆ ਨਜ਼ਰ ਆਏਗਾ। ਬਿਲਕੁਲ ਜੀ, ਇਹ ਤਾਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਰੋਜ਼ਗਾਰ ਹੈ ਉਹ ਕਿਸਾਨਾਂ ਦੇ ਨਾਲ ਹੀ ਸੰਬੰਧਿਤ ਹੈ। ਹਰ ਇੱਕ ਵਰਗ ਜੁੜਿਆ ਵਾ, ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਸਪਲਾਇਰ ਹੈ, ਕਿਸੇ ਵੀ ਚੀਜ਼ ਦਾ। ਇਸ ਲਈ ਪੰਜਾਬ ਗੌਰਮੈਂਟ ਨੂੰ ਵੀ ਚਾਹੀਦਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਜਾ ਕੇ, ਤਾਂ ਕਿ ਕਾਰੋਬਾਰ ਜਿਹੜੇ ਬੰਦ ਨੇ ਉਹ ਖੁੱਲ੍ਹ ਸਕਣ। ਸੋ ਵੋਟਰਾਂ ਦਾ ਕਹਿਣਾ ਹੈ ਕਿ ਜਿਹੜੇ ਮੁੱਖ ਮੁੱਦੇ ਨੇ ਸ਼ਹਿਰ ਦੇ, ਜਾਂ ਚਾਹੇ ਵਿਕਾਸ ਦੇ ਮੁੱਦੇ ਦੀ ਗੱਲ ਕੀਤੀ ਜਾਵੇ, ਉਹਦੇ ਵਿੱਚ ਸੀਵਰੇਜ ਦੀ ਗੱਲ ਕੀਤੀ ਜਾਵੇ, ਉਹਨਾਂ ਮੁੱਦਿਆਂ ਨੂੰ ਲੈ ਕੇ ਉਹ ਉਮੀਦਵਾਰ ਚੁਣਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਕਿਤੇ ਨਾ ਕਿਤੇ ਉਹ ਉਸ ਉਮੀਦਵਾਰ ਨੂੰ ਚੁਣਨਗੇ ਜਿਹੜਾ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੋਇਆ ਨਜ਼ਰ ਆਏਗਾ। ਤੇ ਉੱਥੇ ਹੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਨੇ ਜਿਹੜੇ ਵੋਟਰ ਵੋਟਾਂ ਪਾਉਣ ਦੇ ਲਈ ਇੱਥੇ ਪਹੁੰਚ ਰਹੇ ਨੇ। ਉੱਥੇ ਹੀ ਸਾਡੇ ਨਾਲ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ, ਐਸਆਈ ਸਾਹਿਬ। ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਅੱਜ ਵੋਟਾਂ ਪੈ ਰਹੀਆਂ ਨੇ, ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਸੁਰੱਖਿਆ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ ਪ੍ਰਸ਼ਾਸਨ ਵੱਲੋਂ। ਕੋਈ ਹੇਰਾਫੇਰੀ, ਕੋਈ ਗੜਬੜ ਨਹੀਂ ਹੋਣ ਦਿੱਤੀ ਜਾ ਰਹੀ ਜੀ। ਬਸ ਠੀਕ। 4 ਵਜੇ ਤੱਕ ਵੋਟਾਂ ਪੈਣੀਆਂ ਨੇ, ਉਦੋਂ ਤੱਕ ਕਿਸ ਤਰ੍ਹਾਂ ਪੁਲਿਸ ਹੈ ਜਿਹੜੀ ਉਹ ਤੈਨਾਤ ਰਹੇਗੀ?
ਜਿਵੇਂ ਸਵੇਰ ਸਵੇਰ ਤੋਂ ਪ੍ਰਬੰਧ ਕਰਿਆ ਇਸ ਤਰ੍ਹਾਂ ਹੀ ਤਾਂ ਪ੍ਰਬੰਧ ਵਧੀਆ ਰਹਿਣਗੇ ਜੀ। ਕਿਸੇ ਨੇ ਕੋਈ ਗੜਬੜ ਕਰ ਨਹੀਂ ਦਿੱਤੀ, ਪੂਰਾ ਅਮਨ ਸ਼ਾਂਤੀ ਨਾਲ ਚੱਲੂਗਾ ਜੀ ਕੰਮ। ਨਾਲ ਇੱਥੇ ਸਾਰਾ ਕੁਝ ਅਮਨ ਸ਼ਾਂਤੀ ਨਾਲ ਵਧੀਆ ਤਰੀਕੇ ਨਾਲ ਚੱਲ ਰਿਹਾ। ਹਾਂਜੀ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ, ਅੱਗੇ ਵੀ ਇਸ ਤਰ੍ਹਾਂ ਚੱਲੂਗਾ ਜੀ। ਧੰਨਵਾਦ। ਇਹ ਸਨ ਸਾਡੇ ਨਾਲ ਐਸਆਈ ਹਰਜੀਤ ਸਿੰਘ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਤੇ ਉੱਥੇ ਹੀ ਦੱਸ ਦਈਏ ਕਿ ਇੱਕ ਅਹਿਮ ਗੱਲ ਹੈ ਕਿ ਵੋਟਰਾਂ ਦੇ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ, ਭਾਵੇਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੀ ਗੱਲ ਕੀਤੀ ਜਾਵੇ, ਕਰੋਨਾ ਮਹਾਮਾਰੀ ਸੀਗੀ, ਪਰ ਉਸ ਦੇ ਬਾਵਜੂਦ ਵੀ ਜਿਹੜਾ ਭਾਰੀ ਉਤਸ਼ਾਹ ਹੈ ਉਹ ਦੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ, ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਬਰਾਬਰ ਗਿਣਤੀ ਦੇ ਵਿੱਚ ਜਿਹੜੇ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਕੀ ਨਾਮ ਹੈ ਤੁਹਾਡਾ? ਅਸ਼ੋਕ ਸੂਦ ਕਿੰਨੀ ਏਜ ਹੈ? 78। ਠੀਕ ਹੈ। ਹਾਂ। ਇੱਥੇ ਵੋਟਾਂ ਪਾਉਣ ਲਈ ਆਏ ਹੋ, ਕਿਹੜੇ ਮੁੱਦੇ ਤੁਹਾਨੂੰ ਲੱਗਦਾ ਹੈ ਤੁਹਾਡੀ ਇੰਨੀ ਏਜ ਹੋ ਗਈ ਸ਼ਹਿਰ ਦੇ ਵਿੱਚ ਵੀ ਆਹ ਕੰਮ ਨਹੀਂ ਹੋਇਆ, ਹੁਣ ਹੋਣਾ ਚਾਹੀਦਾ ਹੈ? ਸਫਾਈ ਅੱਛੀ ਹੋਣੀ ਚਾਹੀਦੀ ਹੈ। ਜਿਹੜਾ ਗਲੀਆਂ ਦੇ ਵਿੱਚ ਕੂੜਾ ਇੱਧਰ ਉੱਧਰ ਖਲੇਰ ਦਿੰਦੇ ਨੇ ਉਹ ਨਹੀਂ ਹੋਣਾ ਚਾਹੀਦਾ। ਤੇ ਸੜਕਾਂ ਅੱਛੀਆਂ ਹੋਣੀਆਂ ਚਾਹੀਦੀਆਂ, ਗਲੀਆਂ ਅੱਛੀਆਂ ਹੋਣੀਆਂ ਚਾਹੀਦੀਆਂ। ਦੈਟਸ ਵਾਟ ਵੀ ਵਾਂਟ। ਹੋਰ ਕੀ ਉਮੀਦ ਕਰਦੇ ਹੋ ਤੁਸੀਂ ਆਪਣੇ ਉਮੀਦਵਾਰ ਤੋਂ ਜਿਹਨੂੰ ਤੁਸੀਂ ਵੋਟ ਪਾਉਣੀ ਚਾਹੁੰਦੇ ਹੋ? ਜਿਹੜਾ ਈਜ਼ੀਲੀ ਐਕਸੈਸਿਬਲ ਹੋਵੇ, ਜਦੋਂ ਸਾਨੂੰ ਜ਼ਰੂਰਤ ਪਵੇ ਉਹ ਸਾਡੇ ਕੋਲ ਆਵੇ। ਜਿੰਨੇ ਪਹਿਲਾਂ ਕੌਂਸਲਰ ਰਹੇ ਨੇ ਤੁਹਾਡੇ, ਉਹ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਦੇ ਰਹੇ ਨੇ ਹਾਂਜੀ ਪਹਿਲਾਂ? ਹਾਂ, ਬਿਲਕੁਲ ਬਿਲਕੁਲ। ਤੁਹਾਡਾ ਕੀ ਨਾਮ ਹੈ ਜੀ? ਉਸ਼ਾ। ਕਿਹੜੇ ਕਿਹੜੇ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਵਿਕਾਸ ਕਾਰਜ ਪਹਿਲਾਂ ਨਹੀਂ ਹੋਏ ਉਹ ਹੁਣ ਹੋਣੇ ਚਾਹੀਦੇ ਨੇ? बेटा सारे चल रहे हैं विकास का रास्ता और मैं सेटिस्फाइड हूँ। ਸੋ ਸਾਫ਼ ਤੌਰ ਤੇ ਵਰਕਰਾਂ ਦਾ ਕਹਿਣਾ ਹੈ ਕਿ ਜਿਹੜੇ ਵੋਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਸੰਤੁਸ਼ਟ ਨੇ। ਜਿਹੜੇ ਵੀ ਉਮੀਦਵਾਰ ਪਹਿਲਾਂ ਵੀ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਦੇ ਨੇ। ਤੇ ਹੋਰ ਸਾਡੇ ਨਾਲ ਮੌਜੂਦ, ਤੁਹਾਡਾ ਕੀ ਨਾਮ ਹੈ? ਈਵਾ। ਫਸਟ ਟਾਈਮ ਵੋਟ ਪਾ ਰਹੇ ਹੋ, ਹਾਂਜੀ, ਕਿੱਦਾਂ ਮਹਿਸੂਸ ਹੋ ਰਿਹਾ? ਚੰਗਾ ਮਹਿਸੂਸ ਹੋ ਰਿਹਾ, ਇੱਕ ਅੱਛੇ ਨਾਗਰਿਕ ਦੀ ਤਰ੍ਹਾਂ ਮਹਿਸੂਸ ਹੋ ਰਿਹਾ। ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ? ਜਿਸ ਤਰ੍ਹਾਂ ਬੇਰੁਜ਼ਗਾਰੀ ਤੋਂ ਇਲਾਵਾ ਹੋਰ ਕਈ ਮੁੱਦੇ ਨੇ ਜਿਹੜੇ ਸਮਾਜ ਵਿੱਚ ਚੱਲ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਅਸੀਂ ਕਿਹੜੇ ਉਮੀਦਵਾਰ ਨੂੰ ਚੁਣੀਏ, ਜਾਂ ਕਿਸ ਤਰ੍ਹਾਂ ਦੇਖਦੇ ਹੋ ਵੀ ਉਹ ਤੁਹਾਡੀ ਕਿਸ ਤਰ੍ਹਾਂ ਦੀ ਤੁਹਾਡੀ ਮੰਗ ਹੁੰਦੀ ਹੈ ਜਾਂ ਡਿਮਾਂਡ ਹੈ? ਤੁਹਾਨੂੰ ਲੱਗਦਾ ਵੀ ਆਹ ਕੰਮ ਹੋਣੇ ਚਾਹੀਦੇ ਨੇ ਜਾਂ ਇਹ ਉਮੀਦਵਾਰ इतना कर सकता है? असेसिबल होना चाहिए, मतलब अगर हमें कोई प्रॉब्लम हो तो वो असेसिबल हो हमारे पास। ਸੋ ਕਈ ਉਮੀਦਵਾਰ ਕਈ ਵੋਟਰ ਪਹਿਲੇ ਵਾਰ ਵੋਟ ਪਾਉਣ ਦੇ ਲਈ ਆਏ ਨੇ, ਉਹਨਾਂ ਦੇ ਵਿੱਚ ਵੀ ਉਤਸ਼ਾਹ ਹੈ ਤੇ ਉਹਨਾਂ ਨੂੰ ਕੋਈ ਨਾ ਕੋਈ ਉਮੀਦ ਜ਼ਰੂਰ ਹੈ ਕਿ ਜਿਹੜੇ ਵੀ ਉਮੀਦਵਾਰ ਨੂੰ ਚੁਣਨਗੇ ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਦਾ ਹੋਇਆ ਨਜ਼ਰ ਆਏਗਾ। ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਇੱਥੇ ਤੇ ਵੱਡੀ ਗਿਣਤੀ ਦੇ ਵਿੱਚ ਵੋਟਰ ਨੇ ਜਿਹੜੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ 4 ਵਜੇ ਤੱਕ ਨੇ ਜਿਹੜੀਆਂ ਵੋਟ ਪ੍ਰਕਿਰਿਆ ਉਹ ਚੱਲਣੀਆਂ। ਉਸ ਤੋਂ ਬਾਅਦ 17 ਤਰੀਕ ਨੂੰ ਵੱਖ-ਵੱਖ ਉਮੀਦਵਾਰਾਂ ਦੀ ਕਿਸਮਤ ਤੈਅ ਹੋਣੀ ਹੈ। ਜਿਹੜੇ ਉਮੀਦਵਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਕਰਦੇ ਰਹੇ ਸੀਗੇ। ਇਸ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਫਤਿਹਗੜ੍ਹ ਸਾਹਿਬ ਦੀ, ਤਾਂ ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਪਣੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਕਰਨ ਆਏ ਸੀ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਗਏ ਹਾਂ। ਇਸ ਤੋਂ ਇਲਾਵਾ ਵੱਡੇ ਮੁੱਦੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਗੈਪ ਹੁੰਦੇ ਜਾ ਰਹੇ ਨੇ। ਪਰ ਉਸ ਤੋਂ ਇਲਾਵਾ ਹੋਰ ਪਾਰਟੀਆਂ ਦੇ ਵਿਧਾਇਕ ਵੀ ਆਪਣੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਨੇ ਤੇ ਹੁਣ 17 ਤਰੀਕ ਤੈਅ ਕਰੇਗੀ ਕਿ ਕਿਹੜੇ ਉਮੀਦਵਾਰ ਦੇ ਪੱਖ ਦੇ ਵਿੱਚ ਵੋਟਾਂ ਪਈਆਂ ਨੇ ਤੇ ਕਿਹੜਾ ਉਮੀਦਵਾਰ ਲੋਕਾਂ ਵੱਲੋਂ ਚੁਣਿਆ ਗਿਆ ਹੈ। ਤੇ ਇਹ ਸਭ ਦੀਆਂ ਨਜ਼ਰਾਂ 17 ਤਰੀਕ ਤੇ ਹੁਣ ਟਿਕਿਆ ਰਹਿਣਗੀਆਂ। ਕੈਮਰਾਮੈਨ ਸ਼ਸ਼ੀਪਾਲ ਨਾਲ ਗੁਰਪ੍ਰੀਤ ਸਿੰਘ ਚੱਠਾ, ANB ਨਿਊਜ਼, ਸ਼੍ਰੀ ਫਤਿਹਗੜ੍ਹ ਸਾਹਿਬ।